ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਪੰਜਾਬੀ ਪੁਸਤਕ ਕਿਤਾਬ 5ਵੀਂ ਜਮਾਤ ਦੀ ਉਹਦਾ 16ਵਾਂ ਪਾਠ ਸ਼ਹੀਦੀ ਜੋੜ ਮੇਲਾ। ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਕਦੇ ਨਾ ਕਦੇ ਤਾਂ ਗਏ ਹੋਗੇ ਸ਼ਹੀਦੀ ਜੋੜ ਮੇਲੇ ਤੇ। ਤਾਂ ਆਓ ਉਹਦੇ ਬਾਰੇ ਹੁਣ ਆਪਾਂ ਹੋਰ ਗੱਲਬਾਤ ਕਰੀਏ। ਅੱਜ ਤੋਂ ਲਗਭਗ 300 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਜੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਇਹ ਸਾਕਾ ਪੰਜਾਬ ਦੀ ਧਰਤੀ ਤੇ ਸਰਹੰਦ ਵਿਖੇ ਵਾਪਰਿਆ। ਸਾਡੇ ਦੇਸ਼ ਵਿੱਚ ਉਸ ਸਮੇਂ ਮੁਗਲ ਰਾਜ ਕਰਦੇ ਸਨ। ਮੁਗਲ ਹਾਕਮ ਤਲਵਾਰ ਦੇ ਜ਼ੋਰ ਨਾਲ ਭਾਰਤੀ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸਨ। ਇਸ ਔਖੀ ਘੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਜਲੂਮ ਲੋਕਾਂ ਦੀ ਢਾਲ ਬਣੇ। ਮੁਗਲਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਕਈ ਦਿਨ ਲੜਾਈ ਚਲਦੀ ਰਹੀ। ਮੁਗਲ ਫੌਜਾਂ ਨੇ ਕਸਮਾਂ ਖਾਧੀਆਂ ਕਿ ਜੇ ਗੁਰੂ ਜੀ ਸਿੰਘਾਂ ਸਮੇਤ ਕਿਲਾ ਛੱਡ ਜਾਣ ਤਾਂ ਅਸੀਂ ਲੜਾਈ ਬੰਦ ਕਰਵਾ ਦੇਵਾਂਗੇ। ਉਧਰ ਕਿਲੇ ਵਿਚਲਾ ਰਸਦ ਪਾਣੀ ਖਤਮ ਹੋ ਗਿਆ ਸੀ। ਪਹਿਲਾਂ ਤਾਂ ਗੁਰੂ ਜੀ ਕਿਲਾ ਛੱਡਣਾ ਨਾ ਮੰਨੇ, ਪਰ ਪੰਜ ਸਿੰਘਾਂ ਨੇ ਮਿਲ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਬੇਨਤੀ ਮੰਨਦੇ ਹੋਏ ਗੁਰੂ ਜੀ ਇੱਕ ਰਾਤ ਕਿਲਾ ਛੱਡ ਤੁਰੇ। ਉਹਨਾਂ ਦੇ ਨਾਲ ਖਾਲਸਾ ਫੌਜ ਅਤੇ ਪਰਿਵਾਰ ਦੇ ਜੀ ਸਨ। ਰਾਤ ਨੂੰ ਮੀਂਹ ਵੀ ਪੈ ਰਿਹਾ ਸੀ। ਮੁਗਲ ਫੌਜ ਕਸਮਾਂ ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨ ਲੱਗੀ। ਰਸਤੇ ਵਿੱਚ ਸਰਸਾ ਨਦੀ ਪੈਂਦੀ ਸੀ ਜਿਸ ਵਿੱਚ ਹੜ੍ਹ ਆਇਆ ਹੋਇਆ ਸੀ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰ ਗਏ। ਕੁਝ ਪਰਿਵਾਰ ਦਿੱਲੀ ਵੱਲ ਨਿਕਲ ਗਏ। ਰਾਤ ਦੇ ਹਨੇਰੇ ਵਿੱਚ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਇਸ ਸਥਾਨ ਤੇ ਅੱਜ-ਕੱਲ ਗੁਰਦੁਆਰਾ ਪਰਿਵਾਰ ਵਿਛੋੜਾ ਸੁਸ਼ੋਭਿਤ ਹੈ। ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਉਸਦੇ ਪਿੰਡ ਸਹੇੜੀ ਜ਼ਿਲ੍ਹਾ ਰੂਪਨਗਰ ਆ ਗਏ। ਗੰਗੂ ਗੁਰੂ ਘਰ ਦਾ ਰਸੋਈਆ ਸੀ। ਮਾਤਾ ਜੀ ਅਤੇ ਬੱਚਿਆਂ ਨੂੰ ਉਸਨੇ ਆਪਣੇ ਘਰ ਰੱਖਿਆ। ਗੰਗੂ ਦਾ ਮਨ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਦੇਖ ਕੇ ਬੇਈਮਾਨ ਹੋ ਗਿਆ। ਉਸਨੇ ਮੋਹਰਾਂ ਵਾਲੀ ਥੈਲੀ ਚੁਰਾ ਲਈ। ਫਿਰ ਇਨਾਮ ਦੇ ਲਾਲਚ ਵਸ ਉਹਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਕੋਲ ਗ੍ਰਿਫਤਾਰ ਕਰਵਾ ਦਿੱਤਾ। ਤੇ ਇਹ ਕਹਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ, ਜਦ ਮੁਗਲ ਹਾਕਮਾਂ ਦਾ ਰਾਜ ਸੀ ਤੇ ਉਹ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ। ਸਾਰਿਆਂ ਨੂੰ ਕਹਿੰਦੇ ਸੀ ਵੀ ਮੁਸਲਮਾਨ ਬਣ ਜਾਣ। ਤੇ ਇਕਬਾਲ ਦੀ ਗੱਲ ਹੈਗੀ ਹੈ ਕਿ ਉਹਨਾਂ ਨੇ ਅਨੰਦਪੁਰ ਸਾਹਿਬ ਕਿਲੇ ਨੂੰ ਘੇਰ ਲਿਆ ਤੇ ਇਹ ਕਿਹਾ ਵੀ ਹੁਣ ਆਪਾਂ ਲੜਾਈ ਤਦੀ ਛੱਡਾਂਗੇ ਜਦ ਗੁਰੂ ਜੀ ਇਹ ਕਿਲਾ ਛੱਡ ਜਾਣਗੇ। ਤੇ ਪਹਿਲਾਂ ਤਾਂ ਗੁਰੂ ਜੀ ਬਿਲਕੁਲ ਨਹੀਂ ਮੰਨੇ ਕਿਲਾ ਛੱਡਣ ਲਈ, ਪਰ ਉਸ ਤੋਂ ਬਾਅਦ ਉਹ ਕੁਝ ਸਿੰਘਾਂ ਦੀ ਬੇਨਤੀ ਤੋਂ ਬਾਅਦ ਪੰਜ ਸਿੰਘਾਂ ਨੇ ਜਦ ਬੇਨਤੀ ਕੀਤੀ ਗੁਰੂ ਜੀ ਅੱਗੇ, ਫਿਰ ਉਹ ਮੰਨ ਗਏ ਉਹਨਾਂ ਦੀ ਗੱਲ ਤੇ ਉਹਨਾਂ ਨੇ ਇਹ ਸੋਚਿਆ ਵੀ ਮੈਂ ਰਾਤ ਨੂੰ ਕਿਲਾ ਛੱਡ ਜਾਵਾਂਗਾ। ਤੇ ਉਹ ਕੁਝ ਫੌਜਾਂ ਨਾਲ ਤੇ ਆਪਣੇ ਪਰਿਵਾਰ ਦੇ ਜੀ ਨਾਲ ਕਿਲਾ ਛੱਡ ਕੇ ਜਾ ਰਹੇ ਸੀ। ਰਸਤੇ ਵਿੱਚ ਸਰਸਾ ਨਦੀ ਆਉਂਦੀ ਸੀ ਤੇ ਉਹਦੇ ਵਿੱਚ ਹੜ੍ਹ ਆਇਆ ਸੀ। ਪਾਣੀ ਦਾ ਬਹਾਵ ਬਹੁਤ ਤੇਜ਼ ਸੀ। ਮੁਗਲ ਹਾਕਮਾਂ ਨੇ ਜੋ ਵਾਅਦਾ ਕੀਤਾ ਸੀ ਕਿ ਉਹ ਹਮਲਾ ਨਹੀਂ ਕਰਨਗੇ ਜੇ ਗੁਰੂ ਜੀ ਇਹ ਕਿਲਾ ਛੱਡ ਦੇਣਗੇ, ਉਹ ਆਪਣੇ ਵਾਅਦੇ ਤੇ ਨਹੀਂ ਟਿਕੇ ਤੇ ਜਦੋਂ ਹੀ ਗੁਰੂ ਜੀ ਉੱਥੋਂ ਲੰਘੇ ਉਹਨਾਂ ਨੇ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰਤਾ। ਗੁਰੂ ਜੀ ਤੇ ਕੁਝ ਸਾਹਿਬਜ਼ਾਦੇ ਵੱਡੇ ਵਾਲੇ ਜਿਹੜੇ ਸੀ ਉਹ ਤਾਂ ਸਰਸਾ ਨਦੀ ਲੰਘ ਗਏ। ਉੱਥੋਂ ਕੁਝ ਪਰਿਵਾਰ ਦਿੱਲੀ ਵੱਲ ਨੂੰ ਤੁਰ ਪਏ ਤੇ ਜਿਹੜੇ ਗੁਰੂ ਜੀ ਦਾ ਪਰਿਵਾਰ ਸੀ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ, ਉਹ ਲੰਘ ਨਹੀਂ ਸਕੇ ਉੱਥੋਂ ਤੇ ਉਹ ਉਹਨਾਂ ਦੇ ਰਸੋਈਏ ਦੇ ਨਾਲ ਉਹਨਾਂ ਦੇ ਪਿੰਡ ਚਲੇ ਗਏ, ਉਹਨਾਂ ਦੇ ਘਰ ਚਲੇ ਗਏ। ਪਰ ਉਹਨਾਂ ਦਾ ਜਿਹੜਾ ਰਸੋਈਆ ਸੀ ਗੰਗੂ, ਉਹਦੇ ਮਨ ਵਿੱਚ ਲਾਲਚ ਆ ਗਿਆ। ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਦੇਖ ਕੇ ਉਹਦਾ ਦਿਲ ਬੇਈਮਾਨ ਹੋ ਗਿਆ ਤੇ ਉਹਨੇ ਹੋਰ ਇਨਾਮ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਕੋਲੋਂ ਗ੍ਰਿਫਤਾਰ ਕਰਵਾ ਦਿੱਤਾ। ਅੱਗੇ ਦੇਖਦੇ ਹਾਂ। ਮਾਤਾ ਗੁਜਰੀ ਜੀ
ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ। ਸਰਹੰਦ ਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। 3 ਦਿਨ ਪੇਸ਼ੀਆਂ ਪੈਂਦੀਆਂ ਰਹੀਆਂ। ਸਾਹਿਬਜ਼ਾਦਿਆਂ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਰਿਹਾ। ਲੜਾਈ ਵੀ ਇਸੇ ਗੱਲ ਦੀ ਸੀ। ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਸੂਬਾ ਸਰਹੰਦ ਇਹ ਚਾਹੁੰਦਾ ਸੀ ਕਿ ਜੇ ਇਹ ਬੱਚੇ ਮੁਸਲਮਾਨ ਬਣ ਜਾਣ ਤਾਂ ਬਾਕੀ ਲੋਕ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਜ਼ੁਲਮ ਅੱਗੇ ਝੁਕਣ ਦੀ ਥਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਦਿੱਤੀ। ਇਸ ਦਰਦਨਾਕ ਘਟਨਾ ਨਾਲ ਚਾਰੇ ਪਾਸੇ ਸन्नाटा ਛਾ ਗਿਆ। ਮਾਤਾ ਗੁਜਰੀ ਨੇ ਰੱਬ ਦਾ ਸ਼ੁਕਰ ਅਦਾ ਕੀਤਾ ਕਿ ਨਿੱਕੇ ਨਿੱਕੇ ਬਾਲ ਜ਼ੁਲਮ ਜ਼ਬਰ ਅੱਗੇ ਨਹੀਂ ਝੁਕੇ ਜਾਂ ਅੱਗੇ ਝੁਕੇ ਨਹੀਂ। ਗੰਗੂ ਨੇ ਤਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾਤਾ ਸੀ ਆਪਣੇ ਇਨਾਮ ਦੇ ਚੱਕਰ ਵਿੱਚ, ਤੇ ਮਾਤਾ ਗੁਜਰੀ ਤੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੀ ਥਾਂ ਠੰਡੇ ਬੁਰਜ ਵਿੱਚ ਰੱਖਿਆ ਗਿਆ ਕੈਦ ਕਰਕੇ। ਤੇ ਉੱਥੇ ਜਿਹੜੇ ਸੂਬਾ ਵਜ਼ੀਰ ਸੀ, ਵਜ਼ੀਰ ਖਾਨ, ਉਹਨੇ ਕਿਹਾ ਵੀ ਤੁਹਾਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਏਗਾ ਜੇ ਤੁਸੀਂ ਆਪਣਾ ਧਰਮ ਨਹੀਂ ਬਦਲੋਗੇ। ਲੜਾਈ ਵੀ ਇਸੇ ਗੱਲ ਦੀ ਸੀ ਵੀ ਲੋਕਾਂ ਨੂੰ ਮੁਸਲਮਾਨ ਬਣਾਉਣਾ ਸੀ। ਛੋਟੇ ਸਾਹਿਬਜ਼ਾਦੇ ਹਰ ਵਾਰ ਇਹ ਕਹਿੰਦੇ ਵੀ ਅਸੀਂ ਤਾਂ ਆਪਣਾ ਧਰਮ ਨਹੀਂ ਬਦਲਣਾ। 3 ਦਿਨ ਤੱਕ ਪੇਸ਼ੀਆਂ ਚੱਲਦੀ ਰਹੀਆਂ ਪਰ ਉਹ ਅੜੇ ਰਹੇ ਤੇ ਅਖੀਰ ਵਿੱਚ ਸੂਬਾ ਸਰਹੰਦ ਨੂੰ ਤਰਸ ਨਹੀਂ ਆਇਆ ਉਹਨੇ ਛੋਟੇ ਸਾਹਿਬਜ਼ਾਦਿਆਂ ਤੇ। ਉਹਨਾਂ ਨੇ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜ਼ਿੰਦਾ ਚਿਣਵਾ ਦਿੱਤਾ। ਤੇ ਉਹ ਡਰੇ ਨਹੀਂ ਛੋਟੇ ਸਾਹਿਬਜ਼ਾਦੇ, ਬਲਕਿ ਉਹਨਾਂ ਦੀ ਮਾਤਾ ਜੀ, ਮਾਤਾ ਗੁਜਰੀ ਨੇ ਰੱਬ ਅੱਗੇ ਸ਼ੁਕਰ ਕੀਤਾ ਵੀ ਮੇਰੇ ਨਿੱਕੇ ਨਿੱਕੇ ਜਿਹੜੇ ਬਾਲ ਹੈਗੇ ਨੇ ਉਹ ਡਰੇ ਨਹੀਂ। ਉਹਨਾਂ ਨੇ ਸ਼ਹਾਦਤ ਦੇ ਦਿੱਤੀ, ਉਹ ਜ਼ੁਲਮ ਅੱਗੇ ਝੁਕੇ ਨਹੀਂ। ਇਸ ਦਰਦਨਾਕ ਘਟਨਾ ਨਾਲ ਚਾਰੇ ਪਾਸੇ ਸन्नाटा ਵੀ ਛਾ ਗਿਆ ਸੀ। ਇਹ ਘਟਨਾ ਸਦੀਆਂ ਬੀਤਣ ਤੇ ਵੀ ਲੋਕਾਂ ਦੇ ਮਨਾਂ ਵਿੱਚ ਅਜੇ ਤੱਕ ਵਸੀ ਹੋਈ ਹੈ। ਹਰ ਸਾਲ ਦਸੰਬਰ ਦੇ ਪਿਛਲੇ ਹਫਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਇਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ। 3 ਦਿਨ ਦੀਵਾਨ ਸਜੇ ਰਹਿੰਦੇ ਹਨ। ਵੱਖ-ਵੱਖ ਬੁਲਾਰਿਆਂ ਵੱਲੋਂ ਲੋਕਾਂ ਨੂੰ ਜ਼ਬਰ ਵਿਰੁੱਧ ਲੜਨ ਲਈ ਪ੍ਰੇਰਿਆ ਜਾਂਦਾ ਹੈ। ਇਹਨਾਂ ਦੀਵਾਨਾਂ ਵਿੱਚ ਉੱਚ ਕੋਟੀ ਤੇ ਰਾਗੀ ਢਾਡੀ ਬੀਰ ਰਸੀ ਵਾਰਾਂ ਦੇ ਕਵਿਤਾਵਾਂ ਸੁਣਾ ਕੇ ਸ਼ਹੀਦੀ ਸਾਕੇ ਨੂੰ ਗਾ ਕੇ ਸੁੱਤੀ ਹੋਈ ਜਨਤਾ ਨੂੰ ਹਲੂਣਦੇ ਹਨ। 3 ਦਿਨ ਗੁਰੂ ਕਾ ਲੰਗਰ ਵਰਤਦਾ ਹੈ। ਸੜਕਾਂ ਦੇ ਦੋਹਾਂ ਪਾਸਿਆਂ ਤੇ 5-6 ਕਿਲੋਮੀਟਰ ਤੱਕ ਬੇਸ਼ੁਮਾਰ ਦੁਕਾਨਾਂ ਲੱਗੀਆਂ ਹੁੰਦੀਆਂ ਹਨ। ਇਹ ਮੇਲਾ ਪਿਛਲੇ ਸਮਿਆਂ ਵਿੱਚ ਸ਼ੋਕ ਸਮਾਂ ਦੇ ਤੌਰ ਤੇ ਮਨਾਇਆ ਜਾਂਦਾ ਸੀ। ਪਿੰਡ ਵਿੱਚ ਅੱਜ ਵੀ ਇਸ ਮੇਲੇ ਨੂੰ ਸਰਹੰਦ ਦੀ ਸਭਾ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਇਹ ਮੇਲਾ ਮਨਾਇਆ ਜਾਂਦਾ ਹੈ। ਲੋਕ ਮੇਲੇ ਵਿੱਚ ਜੁੜਦੇ ਹਨ ਤੇ ਜ਼ੁਲਮ ਜ਼ਬਰ ਵਿਰੁੱਧ ਲੜਨ ਦੀ ਪ੍ਰੇਰਨਾ ਲੈ ਕੇ ਮੁੜਦੇ ਹਨ। ਸ਼ਹੀਦਾਂ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਵਿਖੇ ਕਾਲਜ, ਹਸਪਤਾਲ, ਬਿਰਧ ਆਸ਼ਰਮ ਅਤੇ ਬੱਚਿਆਂ ਲਈ ਸਕੂਲ ਖੋਲੇ ਗਏ ਹਨ। ਇੱਥੇ ਕੀ ਹੁੰਦਾ ਹੈ? ਹੁਣ ਇਸ ਘਟਨਾ ਹੋਣ ਤੋਂ ਬਾਅਦ ਵੀ ਅੱਜ ਤੱਕ ਲੋਕ ਉਹਨਾਂ ਦੀ ਸ਼ਹਾਦਤ ਨੂੰ ਮੰਨਦੇ ਨੇ ਤੇ ਵੱਖ-ਵੱਖ ਥਾਵਾਂ ਤੋਂ ਲੋਕ ਫਤਿਹਗੜ੍ਹ ਸਾਹਿਬ ਆਉਂਦੇ ਨੇ ਸ਼ਹੀਦੀ ਜੋੜ ਮੇਲਾ ਮਨਾਉਣ ਲਈ। 3 ਦਿਨ ਤੱਕ ਗੁਰੂ ਦਾ ਲੰਗਰ ਖਿਲਾਇਆ ਜਾਂਦਾ ਹੈ ਲੋਕਾਂ ਨੂੰ। 5-5, 6-6 ਕਿਲੋਮੀਟਰ ਤੱਕ ਸੜਕ ਦੇ ਦੋਹਾਂ ਪਾਸਿਆਂ ਤੱਕ ਦੁਕਾਨਾਂ ਲੱਗਦੀਆਂ ਨੇ, ਲੰਗਰ ਲੱਗਦਾ ਹੈਗਾ ਤੇ ਲੋਕ ਇਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ ਤੇ ਜਦ ਵੀ ਇੱਥੇ ਆਉਂਦੇ ਨੇ ਬਹੁਤ ਪ੍ਰੇਰਿਤ ਹੋ ਕੇ ਜਾਂਦੇ ਨੇ ਜ਼ੁਲਮ ਜ਼ਬਰ ਦੇ ਵਿਰੁੱਧ ਲੜਨ ਲਈ। ਤੇ ਨਾਲ ਦੀ ਨਾਲ ਅੱਜ ਕੱਲ, ਪਹਿਲਾਂ ਤਾਂ ਹੁਣ ਇਸ ਨੂੰ ਸ਼ੋਕ ਸਭਾ ਦੇ ਤੌਰ ਤੇ ਮਨਾਇਆ ਜਾਂਦਾ ਸੀ, ਪਿੰਡਾਂ ਵਿੱਚ ਅੱਜ ਕੱਲ ਵੀ ਇਹਨੂੰ ਸਰਹੰਦ ਦੀ ਸਭਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਰ
ਇਹ ਸ਼ਹੀਦੀ ਜੋੜ ਮੇਲਾ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਵੀ ਕਦੇ ਵੀ ਆਪਣਾ ਸਿਰ ਜ਼ੁਲਮ ਅੱਗੇ ਨਾ ਝੁਕਾਓ। ਸਾਡੀ ਕੌਮ ਨੇ ਵੀ ਨਹੀਂ ਕਦੇ ਝੁਕਾਇਆ। ਠੀਕ ਹੈ ਬੱਚਿਓ, ਅੱਗੇ ਇਹ ਵੀ ਦੱਸਿਆ ਗਿਆ ਵੀ ਫਤਿਹਗੜ੍ਹ ਸਾਹਿਬ ਵਿਖੇ ਕਾਲਜ, ਹਸਪਤਾਲ ਤੇ ਹੋਰ ਕਾਫੀਆਂ ਚੀਜ਼ਾਂ ਥਾਵਾਂ ਖੁੱਲ ਗਈਆਂ ਨੇ। ਅੱਗੇ ਲਿਖਿਆ ਔਖੇ ਸ਼ਬਦਾਂ ਦੇ ਅਰਥ। ਸਾਕਾ ਅਜਿਹਾ ਕੰਮ ਜਾਂ ਘਟਨਾ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਮਜਲੂਮ ਜਿਸ ਉੱਤੇ ਜ਼ੁਲਮ ਹੋਇਆ ਹੋਵੇ। ਰਸਦ ਪਾਣੀ, ਖਾਣ ਪੀਣ ਦੀ ਸਮੱਗਰੀ, ਅੰਨ ਪਾਣੀ। ਪੇਸ਼ੀ ਅਦਾਲਤ ਵਿੱਚ ਮੁਕੱਦਮੇ ਨੂੰ ਸੁਣਨ ਦਾ ਦਿਨ। ਸन्नाटा छा जाना, चुपचाप हो जानी। खामोशी वर्त जानी। बेशुमार अणगिनत। आगे है पाठ अभ्यास। पहला खाली स्थान भरो। ऊड़ा मुगलों ने आनंदपुर साहिब ते डैश घेरा पाया। मुगलों ने आनंदपुर साहिब दे किले। एड़ा मुगल फौज डैश तोड़ के गुरु जी दा पिछा करन लगी। कस्मा ईड़ी साहिबजादियां नू डैश बदलन लई मजबूर किया गया। साहिबजादियां नू अपना धर्म बदलन लई मजबूर किया गया। ससा ਇਹ ਮੇਲਾ ਪਿਛਲੇ ਸਮੇਂ ਵਿੱਚ ਡੈਸ਼ ਦੇ ਤੌਰ ਤੇ ਮਨਾਇਆ ਜਾਂਦਾ ਸੀ। ਪਿਛਲੇ ਸਮੇਂ ਵਿੱਚ ਇਹ ਸ਼ੋਕ ਸਭਾ ਦੇ ਤੌਰ ਤੇ ਮਨਾਇਆ ਜਾਂਦਾ ਸੀ। ਦੂਜਾ ਪ੍ਰਸ਼ਨ ਹੈ, ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ। ਊੜਾ ਪਰਿਵਾਰ ਵਿਛੋੜਾ ਗੁਰਦੁਆਰਾ ਕਿੱਥੇ ਸੁਸ਼ੋਭਿਤ ਹੈ? ਇੱਥੇ ਲਿਖਾਂਗੇ सरसा नदी दे कंडे। एड़ा औखी कड़ी विच मजलूमा दी ढाल कौन पड़िया? श्री गुरु गोबिंद ਸਿੰਘ ਜੀ। ਈੜੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਕਿਸ ਜਗ੍ਹਾ ਕੈਦ ਕਰਕੇ ਰੱਖਿਆ ਗਿਆ? ਠੰਡੇ ਬੁਰਜ ਵਿੱਚ। ਸੱਸਾ ਸੂਬੇਦਾਰ ਵਜ਼ੀਰ ਖਾਨ ਕੌਣ ਸੀ? ਉਹ ਸਰਹੰਦ ਦਾ ਜ਼ਾਲਮ ਹਾਕਮ ਸੀ। ਇੱਥੇ ਲਿਖ ਦਿੰਦੇ ਆ ਸਰਹੰਦ ਦਾ ਜ਼ਾਲਮ ਹਾਕਮ ਸੀ। ਹਾਂ ਸ਼ਹੀਦੀ ਜੋੜ ਮੇਲਾ ਕਿੱਥੇ ਲੱਗਦਾ ਹੈ? ਸ਼ਹੀਦੀ ਜੋੜ ਮੇਲਾ ਫਤਿਹਗੜ੍ਹ साहिब विखे लगता है। तीजा प्रश्न उत्तर दियो। ऊड़ा गुरु जी ने आनंदपुर साहिब क्यों छड्या? मुगल फौजा ने कस्मां खादियां सन कि जे गुरु जी ਸਿੰਘਾਂ समेत किला छड़ जाणगे तां असीं लड़ाई बंद कर दांगे। उधरों किले विचला रसद पानी भी खत्म हो गया सी। ਪਹਿਲਾਂ ਤਾਂ ਗੁਰੂ ਜੀ ਕਿਲਾ ਛੱਡਣ ਨੂੰ ਮੰਨੇ ਨਾ, ਪਰ ਫਿਰ ਜਦ ਪੰਜ ਸਿੰਘਾਂ ਨੇ ਮਿਲ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਦੀ ਬੇਨਤੀ ਮੰਨਦੇ ਹੋਏ ਗੁਰੂ ਜੀ ਇੱਕ ਰਾਤ ਕਿਲਾ ਛੱਡ ਤੁਰੇ। ਇੱਥੇ ਲਿਖ ਦਿੰਦੇ ਆ ਉੱਤਰ। ਇੱਕ ਤਾਂ ਮੁਗਲ ਫੌਜਾਂ ਨੇ ਕਸਮਾਂ ਖਾਦੀਆਂ कि जे गुरु जी
ਕਿਲਾ ਛੱਡ ਜਾਣ ਤਾਂ ਉਹ ਲੜਾਈ ਬੰਦ ਕਰ ਦੇਣਗੇ ਤੇ ਨਾਲ ਹੀ ਕਿਲੇ ਵਿਚਲਾ ਰਸਦ ਪਾਣੀ ਖਤਮ ਹੋ ਗਿਆ ਸੀ। ਖਾਣ ਪੀਣ ਦਾ ਸਮਾਨ ਮੁੱਕ ਗਿਆ ਸੀ। ਪਹਿਲਾਂ ਤਾਂ ਗੁਰੂ ਜੀ ਕਿਲਾ ਛੱਡਣਾ ਨਾ ਮੰਨੇ, ਪਰ ਪੰਜਾਂ ਸਿੰਘਾਂ ਨੇ ਮਿਲ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਦੀ ਬੇਨਤੀ ਮੰਨਦੇ ਹੋਏ ਗੁਰੂ ਜੀ ਇੱਕ ਰਾਤ ਕਿਲਾ ਛੱਡ ਤੁਰੇ। ਐੜਾ ਪ੍ਰਸ਼ਨ, ਗੰਗੂ ਕੌਣ ਸੀ? ਉਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਿਉਂ ਕਰਵਾਇਆ? ਗੰਗੂ ਗੁਰੂ ਘਰ ਦਾ ਰਸੋਈਆ ਸੀ। ਉਸਨੇ ਸਰਸਾ ਨਦੀ ਤੇ ਵਿਛੋੜੇ ਤੋਂ ਬਾਅਦ ਮਾਤਾ ਜੀ ਅਤੇ ਬੱਚਿਆਂ ਨੂੰ ਆਪਣੇ ਘਰ ਰੱਖਿਆ, ਪਰ ਗੰਗੂ ਦਾ ਮਨ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਦੇਖ ਕੇ ਬੇਈਮਾਨ ਹੋ ਗਿਆ। ਉਸਨੇ ਨਾ ਕੇਵਲ ਮੋਹਰਾਂ ਵਾਲੀ ਥੈਲੀ ਚੁਰਾਈ, ਬਲਕਿ ਇਨਾਮ ਦੇ ਲਾਲਚ ਵਿੱਚ ਉਹਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਦੇ ਕੋਲ ਗ੍ਰਿਫਤਾਰ ਕਰਵਾ ਦਿੱਤਾ। ਆਓ ਇਹਨੂੰ ਲਿਖ ਲਈਏ।
ਈੜੀ ਪ੍ਰਸ਼ਨ, ਸ਼ਹੀਦੀ ਜੋੜ ਮੇਲਾ ਕਦੋਂ ਤੇ ਕਿਸ ਦੀ ਯਾਦ ਵਿੱਚ ਲੱਗਦਾ ਹੈ? ਹਰ ਸਾਲ ਦਸੰਬਰ ਦੇ ਪਿਛਲੇ ਹਫਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਇਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ ਹਨ। ਆਓ ਲਿਖ ਲਈਏ। ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ लगता है। ਲੱਖਾਂ ਦੀ ਗਿਣਤੀ ਵਿੱਚ ਲੋਕ ਇਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ। आगे चलते हैं चौथा प्रश्न माता गुजरी जी ने रब दा शुक्र क्यों किया? क्योंकि जद जुल्म अगे झुकण लई साहिबजादियां ने मना करता ते शहीदी दे दी। इस नूं देखदियां माता गुजरी जी ने रब दा शुक्र अदा किया भी निक्के निक्के बाल जुल्म जबर अगे झुके नहीं। आप इनू इंज भी लिख सकते हैं सुबह सरंद चाहता सी कि जे यह बच्चे मुसलमान बन जान तां बाकी लोग अपने आप ही मुसलमान बन जाणगे। जुल्म अगे झुकण दी थां साहिबजादियां ने शहीदी दे दी। माता गुजरी ने रब दा शुक्र किया कि निक्के निक्के बाल जुल्म जबर अगे झुके नहीं। चौथा प्रश्न वाकां विच वरतो। सब तो पहला हैगा कसम। आओ इहदा वाक बनाइए। सब तो पहला मैं
कसम खांदा हां कि कल तो समय सिर उठ जावांगा। दूजा, मैं अपराध जा जुल्म दे सामने, या तुसी लिख सकते हो अगे, नहीं झुकांगा। मजलूम, सानू मजलूमां दी मदद करनी चाहिदी है। दर्दनाक, कल सड़क ते एक दर्दनाक दुर्घटना हुई। बेशुमार, आप लिख सकते हैं मेरे कोल बेशुमार खिडौने हन। फिर है रसम पानी, किले विच रसद पानी मुक रहा सी, सन्नाटा। साहिबजादियां दी शहीदी तो बाद चारे पासे सन्नाटा छा गया। छेवां, किले विच रसद पानी मुक्या सी, ते सतवां, साहिबजादियां दी शहीदी तो बाद चारे पासे सन्नाटा छा गया। पंजवां प्रश्न, हेठां गुरमुखी ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ ਜੋੜਾਂ ਤੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ। ਲਗਭਗ, ਲਗਭਗ, ਦੇਸ, ਦੇਸ਼, ਫੌਜਾਂ, ਸੈਨਾएं, ਇਨਾਮ, ਪੁਰਸਕਾਰ, ਪ੍ਰੇਰਣਾ, ਪ੍ਰੇਰਣਾ, ਬੱਚਿਆਂ, ਬੱਚੋਂ। ਛੇਵਾਂ ਪ੍ਰਸ਼ਨ, ਹੇਠਾਂ ਇੱਕ ਹੀ ਸ਼ਬਦ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪੰਜਾਬੀ ਦੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ। ਸਾਡੇ, ਹਮਾਰੇ। ਔਖੀ, ਕਠਿਨ। ਮੀਂਹ, ਵਰਸ਼ਾ, ਬਾਕੀ, शेष, हड़, बाढ़, निक्के, छोटे। अपने नजदीक लगे किसे मेले बारे 5 सतरां लिखो। ਤਾਂ ਆਓ ਲਿਖੀਏ ਵਿਸਾਖੀ ਬਾਰੇ। ਸਭ ਤੋਂ ਪਹਿਲਾਂ ਲਿਖਾਂਗੇ ਵਿਸਾਖੀ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ।
दूजा ਇਹ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਤੀਜਾ ਇਹ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। चौथा, इस दिन श्री गुरु गोबिंद सिंह जी ने खालसा पंथ की स्थापना की सी। पंजवां, इस दिन गुरुद्वारियां विच दीवान लगाए जाते हैं। ਤੇ ਇੱਕ ਹੋਰ ਲਿਖ ਦਿੰਦੇ ਆ, ਵਿਸਾਖੀ ਵਾਲੇ ਦਿਨ ਲੋਕ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਨ ਜਾਂਦੇ ਹਨ। आओ एक होर लिख लईए इहदे बारे। सतवां, इस दिन कई थावां ते मेले भी लगते हैं। ਤੇ ਇਸ ਦਿਨ ਨੌਜਵਾਨ ਖੁਸ਼ੀ ਵਿੱਚ ਭੰਗੜਾ ਅਤੇ ਗਿੱਧਾ ਪਾਉਂਦੇ ਹਨ। ਜੇ ਤੁਸੀਂ ਹੋਰ ਲਿਖਣਾ ਹੈ ਤਾਂ ਇਹਦੇ ਵਿੱਚ ਆ ਵੀ ਲਿਖ ਸਕਦੇ ਹੋ ਤੁਸੀਂ ਕਿ ਇਸ ਤਿਉਹਾਰ ਨੂੰ ਸਾਰੇ ਧਰਮਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ। ਇਹ ਤਿਉਹਾਰ ਹਰ ਸਾਲ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਠੀਕ ਹੈ ਬੱਚਿਓ, ਆ ਦੇਖੋ ਕਿੰਨੀਆਂ 17 ਆਪਾਂ ਲਿਖ ਲਈਆਂ ਇੱਥੇ ਵਿਸਾਖੀ ਬਾਰੇ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।